पानी मैला माटी घोरी, इस माटी की पुतरी जोरी। मैं नाही कछ आहे न मोरा, तन धन सब रस गोबिंद तोरा। रहाओ इस माटी में पवन समाया, झूठा परपंच जोर चलाया। किन्हू लाख पांच की जोरी, अंत की बार गगरिया फोरी। कह कबीर एक नीमो सारी, खिन में बिनस जाए अहंकारी। वाहिगुरु जी का खालसा, वाहिगुरु जी की फतेह। गुरु सवारी साध संगत, महापुरखां दे बोल, महापुरखां दी सिੱਖਿਆ ਸਾਡੇ ਜੀਵਨ ਵਿੱਚ ਪਏ ਹੋਏ ਭੁਲੇਖਿਆਂ ਨੂੰ ਦੂਰ ਕਰਦੀ। ਕਿਉਂਕਿ ਦੇਖਣ ਵਿੱਚ ਆਉਂਦਾ ਹੈ ਕਿ ਮੈਂ ਤੇ ਤੁਸੀਂ ਜਿਤਨੇ ਵੀ ਸਰੀਰ ਧਾਰੀ ਹਾਂ, ਅਸੀਂ ਹਉਮੈ ਨਾਲ ਭਰੇ ਹੋਏ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਵਿੱਚ ਸਮਝਾਇਆ ਕਿ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਹ। ਜਿਤਨੀ ਖੇਡ ਅਸੀਂ ਕਰਦੇ ਹਾਂ ਹਉਮੈ ਵਿੱਚ ਕਰ ਰਹੇ। ਕਿਸੇ ਬੰਦੇ ਨਾਲ ਗੱਲ ਕਰਕੇ ਦੇਖੋ, इतनी हौमे, इतना अहंकार है कि वो गल करन लगिया बिल्कुल सोचता नहीं, विचारता नहीं, और कदे अपनी असले नूं नहीं समझता। भावें गुरबाणी सानू रोज समझाती कि गंढेंदियां छे मां, तुड़ंदियां हिक खिनो। हे भाई, तेरा इस शरीर बनदियां माता दे गर्भ विच 6 महीने लग जाते। गंढेंदियां 6 मां, तुड़ंदियां हिक खिनो। ते इस रचना नूं टुटदियां एक अख फरकण दा समां भी नहीं लगदा। एक नहीं अनेकां तुसी ते मैं अपनियां अखां नाल ऐसे सीन देखे। ਉਹੀ ਬੰਦੇ ਜਿਹੜੇ ਅਹੰਕਾਰ ਨਾਲ ਇਤਨੇ ਭਰੇ ਹੋਏ ਸਨ, ਗੱਲਬਾਤ ਕਰਦਿਆਂ ਕਰਦਿਆਂ ਅੱਖਾਂ ਮੀਚ ਗਏ। ਪਰ ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ। ਕਿਸੇ ਨੂੰ ਮਾੜਾ ਜਿਹਾ ਛੇੜ ਕੇ ਵੇਖੋ, ਇੰਨੀ ਅਹੰਕਾਰ ਦੀ ਬੋਲੀ ਬੋਲੇ ਕਿ ਉਹ ਸਮੇਟਿਆ ਨਹੀਂ ਜਾਂਦਾ। ਇੰਨਾ ਅਹੰਕਾਰ, ਮੈਂ ਇਉਂ ਹਾਂ, ਮੈਂ ਇਉਂ ਹਾਂ, ਮੈਂ ਇਹ ਕਰਾਂਗਾ, ਮੈਂ ਉਹ ਕਰਾਂ। ਤੁਸੀਂ ਮੈਨੂੰ ਕੀ ਸਮਝਿਆ, ਮੈਂ ਤੁਹਾਨੂੰ ਕੀ ਸਮਝਦਾ। ਭਗਤ ਫਰੀਦ ਜੀ ਵਰਗੀ ਮਹਾਨ ਆਤਮਾ ਨੇ ਸਾਨੂੰ ਟੁੰਬਿਆ, ਆਖਿਆ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓ ਹੋਏ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੋ ਹੋਏ। ਦੇਖੋ ਕਿਤਨੀ ਨੇੜੇ ਦੀ ਗੱਲ ਹੈ। ਫਰੀਦ ਜੀ ਆਪਣੇ ਆਪ ਨੂੰ ਸਮਝਾਉਂਦੇ ਨੇ ਤਥਾ ਕਿਸੇ ਨੂੰ ਉਪਦੇਸ਼ ਕਰਦੇ। ਹੇ ਅਹੰਕਾਰ ਕਰਨ ਵਾਲੇ ਬੰਦੇ, ਇਹ ਦੱਸ ਤੇਰੇ ਮਾਂ ਪਿਓ ਕਿੱਥੇ ਹਨ। ਹੁਣ ਜਿਨ੍ਹਾਂ ਦੇ ਮਾਂ ਪਿਓ ਚਲੇ ਗਏ ਨੇ ਉਹਨਾਂ ਨੂੰ ਕਹਿਣਾ ਪਵੇਗਾ ਜੋ ਤਾਂ ਚਲੇ ਗਏ। ਆਖਿਆ ਫਿਰ ਤੂੰ ਰਹਿ ਜਾਣਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ,
ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਫਤੀਣੋ ਹੋਏ। ਹਾਲੀ ਵੀ ਤੇਰੀ ਤਸੱਲੀ ਨਹੀਂ ਹੋਈ। ਸੰਗ ਚਲਤ ਹੈ ਹਮ ਵੀ ਚਲਣਾ, दूर गमन सिर ऊपर मरना। क्या तू सोया जाग याना, तैं जीवन जग सच कर जाना। आख्या क्यों तू सुता पे, हे याने जीव जाग, तू इस झूठे जीवन नू सच्चा करके समझ। ਮੈਨੂੰ ਇੱਕ ਸਾਖੀ ਯਾਦ ਆ ਗਈ। ਕਹਿੰਦੇ ਨੇ ਕੋਈ ਮਹਾਤਮਾ ਗਲੀ ਵਿੱਚੋਂ ਲੰਘ ਰਹੇ ਸਨ ਤੇ ਬਰਖਾ ਹੋਣ ਲੱਗ ਪਈ, ਤੇ ਬਰਖਾ ਤੋਂ ਬਚਣ ਵਾਸਤੇ ਕਿਸੇ ਘਰ ਦੀ ਡਿਉੜੀ ਦਾ ਦਰਵਾਜ਼ਾ ਖੁੱਲ੍ਹਾ ਸੀ। ਮਹਾਤਮਾ ਉੱਥੇ ਥੋੜ੍ਹੀ ਦੇਰ ਲਈ ਰੁਕ ਗਏ। ਭਾਵ ਇਹ ਸੀ ਕਿ ਮੀਂਹ ਵਿੱਚ ਭਿੱਜਣੋਂ ਬਚ ਜਾਵਾਂਗਾ, ਮੀਂਹ ਬੰਦ ਹੋ ਜਾਏਗਾ, ਆਪਣੇ ਰਸਤੇ ਪੈ ਜਾਵਾਂਗੇ। ਪਰ ਜਦੋਂ ਮਹਾਤਮਾ ਉਸ ਡਿਉੜੀ ਵਿੱਚ ਖੜੇ ਹੋਏ, ਪਹਿਲਾਂ ਘਰਾਂ ਦੀ ਬਣਤਰ ਹੋਰ ਤਰ੍ਹਾਂ ਹੁੰਦੀ ਸੀ, ਹੁਣ ਹੋਰ ਤਰ੍ਹਾਂ। ਪਹਿਲਾਂ ਆਮ ਲੋਕ ਗਲੀ ਦੇ ਉੱਤੇ ਡਿਉੜੀ ਬਣਾਉਂਦੇ ਸਨ, ਉਹਦੇ ਅੱਗੇ ਵਿਹੜਾ ਹੁੰਦਾ ਸੀ, ਵਿਹੜੇ ਤੋਂ ਅੱਗੇ ਬਰਾਮਦਾ ਹੁੰਦਾ ਸੀ, ਤੇ ਬਰਾਮਦੇ ਦੇ ਪਿੱਛੇ ਰਹਿਣ ਵਾਲੇ ਘਰ ਹੁੰਦੇ ਸੀ। ਤੋ ਉਸ ਘਰ ਦਾ ਮਾਲਕ ਜਿਹੜਾ ਬਰਾਮਦੇ ਵਿੱਚ ਮੰਜੀ ਢਾ ਕੇ ਬੈਠਾ ਸੀ, ਕੁਦਰਤੀ ਉਮਰ ਦੇ ਲਿਹਾਜ਼ ਨਾਲ ਉਹਦੀ ਨਜ਼ਰ ਥੋੜ੍ਹੀ ਘਟ ਗਈ ਸੀ। ਉਹਨੂੰ ਦੂਰੋਂ ਬਰਾਮਦੇ ਵਿੱਚ ਬੈਠਿਆਂ ਨਜ਼ਰ ਆਇਆ ਕਿ ਕੋਈ ਬੰਦਾ ਸਾਡੇ ਘਰ ਦੀ ਡਿਉੜੀ ਵਿੱਚ ਆ ਕੇ ਖੜਾ ਹੋਇਆ। ਉਹਨੇ ਉੱਚੀ ਦੀ ਆਵਾਜ਼ ਕਰਕੇ ਕਿਹਾ, ਤੂੰ ਕੌਣ ਹੈ? ਇਹ ਕੋਈ ਮੁਸਾਫਰ ਖਾਨਾ ਨਹੀਂ। ਮੁਸਾਫਰ ਖਾਨਾ ਤੇ ਆਪਾਂ ਜਾਣਦੇ, ਜਿੱਥੇ ਰਾਹ ਗੁਜਰੂ ਆ ਕੇ ਟਿਕਣ ਤੇ ਚਲੇ ਜਾਣ ਉਹਨੂੰ ਮੁਸਾਫਰ ਖਾਨਾ ਕਹਿੰਦੇ। ਰੇਲਵੇ ਸਟੇਸ਼ਨਾਂ ਤੇ ਮੁਸਾਫਰ ਖਾਨੇ ਹੁੰਦੇ ਨੇ, ਕਈ ਕਮਿਊਨਿਟੀ ਸੈਂਟਰਾਂ ਵਿੱਚ ਮੁਸਾਫਰ ਖਾਨੇ ਹੁੰਦੇ ਨੇ, ਕਈ ਗੁਰਦੁਆਰਿਆਂ ਵਿੱਚ ਵੀ ਰਹਿਣ ਦਾ ਜਿੱਥੇ ਕਮਰੇ ਉਹਨੂੰ ਮੁਸਾਫਰ ਖਾਨਾ ਕਹਿੰਦੇ। ਇਸ ਘਰ ਵਾਲੇ ਨੇ ਬੜੀ ਉੱਚੀ ਆਵਾਜ਼ ਨਾਲ ਕਿਹਾ, ਇਹ ਮੁਸਾਫਰ ਖਾਨਾ ਨਹੀਂ। ਮਹਾਤਮਾ ਨੂੰ ਉਹਦੀ ਅਕਲ ਉੱਤੇ ਬੜਾ ਤਰਸ ਆਇਆ ਵੀ ਇਹ ਬੰਦਾ ਬੜੇ ਭੁਲੇਖੇ ਵਿੱਚ ਹੈ, ਇਹਦਾ ਭੁਲੇਖਾ ਦੂਰ ਕਰ ਦਿੱਤਾ ਜਾਏ। ਮਹਾਤਮਾ ਨੇ ਉਨੀ ਆਵਾਜ਼ ਵਿੱਚ ਕਿਹਾ, ਭਾਈ ਸੱਜਣਾ, ਮੈਂ ਤੇ ਸਮਝਿਆ ਮੁਸਾਫਰ ਖਾਨਾ ਹੀ ਹੈ। ਹੁਣ ਕਿਸੇ ਦੇ ਘਰ ਨੂੰ ਮੁਸਾਫਰ ਖਾਨਾ ਕਹੋ, ਉਹਨੂੰ ਚੰਗਾ ਕਿੰਨਾ ਕੁ ਲੱਗੇ। ਜਿਹੜਾ ਤੇ ਹੋਵੇਗਾ ਗਿਆਨਵਾਨ ਉਹ ਤੇ ਸਮਝ ਆਏ, ਪਰ ਆਮ ਅਗਿਆਨੀ ਬੰਦਾ ਨਹੀਂ ਸਮਝਦਾ ਕਿ ਇਹ ਮੁਸਾਫਰ ਖਾਨਾ। ਉਹ ਘਰ ਵਾਲਾ ਕਹਿੰਦਾ, ਕੀ ਕਿਹਾ ਇਹ ਮੁਸਾਫਰ ਖਾਨਾ? ਉਹ ਘਰ ਦਾ ਮਾਲਕ ਡੰਗੋਰੀ ਲੈ ਕੇ ਹੌਲੀ ਹੌਲੀ ਤੁਰਦਾ ਹੋਇਆ ਮੀਂਹ ਵਿੱਚ ਭਿੱਜਦਾ ਬਰਾਮਦੇ ਤੋਂ ਵਿਹੜਾ ਲੰਘ ਕੇ ਡਿਉੜੀ ਤੱਕ ਪਹੁੰਚ ਗਿਆ। ਮਹਾਤਮਾ ਨੂੰ ਕਹਿਣ ਲੱਗਾ, ਕੀ ਕਿਹਾ ਮੁਸਾਫਰ ਖਾਨਾ? ਕਹਿੰਦੇ, ਭਾਈ ਮੈਂ ਤੇ ਸਮਝਿਆ ਮੁਸਾਫਰ ਖਾਨਾ ਹੀ। ਆਂਦਾ ਮੇਰਾ ਘਰ ਹੈ। ਮਹਾਤਮਾ ਨੇ ਬੜੀ ਨਮਰਤਾ ਨਾਲ ਕਿਹਾ, ਸੱਜਣਾ ਇਹ ਦੱਸ ਤੇਰੇ ਤੋਂ ਪਹਿਲਾਂ ਇੱਥੇ ਕੌਣ ਸੀ? ਕਹਿੰਦੇ, ਮੇਰੇ ਬਾਪੂ ਜੀ, ਮੇਰੇ ਮਾਤਾ ਜੀ। ਕਹਿੰਦੇ, ਉਹਨਾਂ ਤੋਂ ਪਹਿਲਾਂ ਕੌਣ ਸੀ? ਕਹਿੰਦੇ, ਮੇਰੇ ਦਾਦਾ ਜੀ, ਮੇਰੇ ਦਾਦੀ ਜੀ। ਕਹਿੰਦੇ, ਉਹ ਕਿੱਥੇ ਹਨ? ਕਹਿੰਦਾ, ਉਹ ਚਲੇ ਗਏ।
ਤੇ ਮਹਾਤਮਾ ਕਹਿਣ ਲੱਗੇ ਫਿਰ ਮੁਸਾਫਰਖਾਨਾ ਕਿਹਨੂੰ ਕਹਿੰਦੇ ਨੇ? ਜਿੱਥੇ ਕੋਈ ਆਵੇ ਤੇ ਰਾਤ ਕੱਟ ਕੇ ਚਲਾ ਜਾਏ ਉਹਨੂੰ ਮੁਸਾਫਰਖਾਨਾ। ਮਹਾਤਮਾ ਨੇ ਉਹਨੂੰ ਸਮਝਾਇਆ, ਆਖਿਆ ਇਹ ਸਾਰਾ ਜਗਤ ਹੀ ਮੁਸਾਫਰਖਾਨਾ ਹੈ, ਐਵੇਂ ਭੁਲੇਖੇ ਵਿੱਚ ਨਾ ਰਹੇ। ਭਗਤ ਕਬੀਰ ਜੀ ਸਾਡੇ ਵਰਗੇ ਅਗਿਆਨੀਆਂ ਨੂੰ ਸਮਝਾਉਂਦੇ ਤੇ ਬੜੀ ਨਿਮਰਤਾ ਨਾਲ ਕਹਿੰਦੇ ਨੇ, ਭਾਈ ਹੰਕਾਰ ਨਾ ਕਰਿਆ ਕਰੋ, ਹੰਕਾਰ ਚੰਗਾ ਨਹੀਂ ਹੁੰਦਾ। ਗੁਰਬਾਣੀ ਗੁਰੂ ਜੀ ਨੇ ਤੇ ਸਮਝਾਇਆ, ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਰੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਰੇ। ਖਰੇ ਬਾਣੀ ਪੜ੍ਹੀਏ, ਸਭ ਭੁਲੇਖੇ ਦੂਰ ਹੋ ਜਾਂਦੇ ਨੇ। ਪਾਤਸ਼ਾਹ ਤੇ ਕਹਿੰਦੇ ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਵਰ ਫਿਰਤ ਬਿਗਾਨਾ। ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਰ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋਂ ਛੂਟੈ। ਵਿਰਲੇ ਮਨੁੱਖ ਹਨ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਉਹਨਾਂ ਦੀ ਹਉਮੈ ਮੁੱਕ ਜਾਂਦੀ। ਤੇ ਜਿਨ੍ਹਾਂ ਦੀ ਹਉਮੈ ਮੁੱਕ ਜਾਂਦੀ ਉਹ ਫਿਰ ਕਹਿੰਦੇ ਨੇ, ਮੈਂ ਨਾਹੀ ਕਛ ਆਹੇ ਨ ਮੋਰਾ। ਮੈਂ ਤੇ ਕੁਝ ਵੀ ਨਹੀਂ, ਮੇਰਾ ਤੇ ਕੁਝ ਵੀ ਨਹੀਂ। ਤਨ ਧਨ ਸਭ ਰਸ ਗੋਬਿੰਦ ਤੋਰਾ। ਹੇ ਵਾਹਿਗੁਰੂ, ਹੇ ਗੋਬਿੰਦ, ਇਹ ਸਰੀਰ ਵੀ ਤੇਰਾ, ਇਹ ਧਨ ਵੀ ਤੇਰਾ, ਇਹ ਸਾਰੇ ਰਸ, ਇਹ ਗਿਆਨ ਇੰਦਰੇ ਤੇ ਕਰਮ ਇੰਦਰੇ ਵੀ ਤੇਰੇ ਦਿੱਤੇ ਹੋਏ ਹਨ। ਪੜ੍ਹਦੇ ਤੇ ਰੋਜ਼ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ। ਹੇ ਵਾਹਿਗੁਰੂ, ਇਹ ਜਿੰਦ ਵੀ ਤੇਰੀ ਹੈ, ਇਹ ਸਰੀਰ ਵੀ ਤੇਰਾ ਹੈ, ਇਹ ਹਰ ਚੀਜ਼ ਤੇਰੀ ਦਿੱਤੀ ਹੋਈ। ਪਰ ਕਿਹਨਾਂ ਨੂੰ ਸਮਝ ਆਉਂਦੀ? ਜਿਨ੍ਹਾਂ ਦੀ ਹਉਮੈ ਛੁੱਟ ਜਾਂਦੀ। ਹਉਮੈ ਕਿਹਨਾਂ ਦੀ ਛੁੱਟਦੀ? ਜਿਹੜੇ ਗੁਰੂ ਦੀ ਸੰਗਤ ਕਰਦੇ। ਤੋ ਭਗਤ ਕਬੀਰ ਜੀ ਵਰਗੇ ਮਹਾਂਪੁਰਖ ਕਹਿ ਰਹੇ ਹਨ, ਮੈਂ ਨਾਹੀ ਕਛ ਆਹੇ ਨ ਮੋਰਾ। ਮੈਂ ਤੇ ਕੁਝ ਵੀ ਨਹੀਂ ਪਾਈ ਤੇ ਮੇਰਾ ਕੁਝ ਵੀ ਨਹੀਂ। ਮੈਂ ਕਿਹੜੀ ਚੀਜ਼ ਨੂੰ ਆਪਣਾ ਆਖਾਂ? ਤਨ ਧਨ ਸਭ ਰਸ ਗੋਬਿੰਦ ਤੋਰਾ। ਹੇ ਗੋਬਿੰਦ, ਇਹ ਸਰੀਰ ਵੀ ਤੇਰਾ, ਇਹ ਧਨ ਵੀ ਤੇਰਾ ਹੈ, ਇਹ ਜੋ ਕੁਝ ਇਸ ਨੂੰ ਮੈਂ ਭੁਲੇਖੇ ਵਿੱਚ ਆਪਣਾ ਕਹਿਣਾ ਸਭ ਤੇਰਾ, ਮੇਰਾ ਕੁਝ ਵੀ। ਫੇਰ ਸਾਨੂੰ ਪ੍ਰਾਣੀਆਂ ਨੂੰ ਸਮਝਾਉਂਦੇ, ਓਏ ਅਹੰਕਾਰ ਨਾ ਕਰਿਆ ਕਰੋ, ਅਹੰਕਾਰ ਬੜਾ ਖਤਰਨਾਕ। ਜਿਹੜਾ ਬੰਦਾ ਉਸ ਦਾਤੇ ਦੀਆਂ ਦਿੱਤੀਆਂ ਚੀਜ਼ਾਂ ਉੱਤੇ ਅਹੰਕਾਰ ਕਰਦਾ, ਉਹਦੇ ਵਰਗਾ ਮੂਰਖ ਕੋਈ ਨਹੀਂ। ਇਸੇ ਲਈ ਬਾਣੀ ਕਹਿੰਦੀ, ਭਾਈ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾਹੀ ਮਰਨ ਵਿਚਾਰਾ। ਦਾਤਾਂ ਨਾਲ ਅਸੀਂ ਬੜਾ ਪਿਆਰ ਕਰਦੇ ਹਾਂ, ਇਹਨਾਂ ਪੁੱਤਰਾਂ ਨਾਲ ਪੋਤਰਿਆਂ ਨਾਲ ਬੜਾ ਮੂੰਹ ਚੁੰਮਦੇ ਹਾਂ, ਚੱਟਦੇ ਹਾਂ, ਮੇਰਾ ਪੁੱਤਰ ਮੇਰਾ ਪੁੱਤਰ। ਇਸ ਭੁਲੇਖੇ ਵਿੱਚ ਹੀ ਮਾਰੇ ਜਾਂਦੇ। ਭਗਤ ਕਬੀਰ ਜੀ ਨੇ ਸੀਨ ਆਪਣੀਆਂ ਅੱਖਾਂ ਨਾਲ ਦੇਖਿਆ। ਕਹਿਣ ਲੱਗੇ, ਜਨਨੀ ਜਾਨਤ ਸੁਤ ਬੜਾ ਹੋਤ ਹੈ,
इतना को ना जाने जे दिन दिन अवध कटत है। मोर मोर कर अधक लाड धर पेखत ही जमराओ हसें। ऐसा तैं जग भरम लाया कैसे बूझे जब मोया है माया। हे वाहिगुरु, संसार ਨੂੰ ਤੂੰ ਐਸਾ ਭਰਮ ਲਾ ਦਿੱਤਾ, ਪਰ ਜਿਨ੍ਹਾਂ ਨੂੰ ਅਸਲੀਅਤ ਸਮਝ ਆ ਜਾਂਦੀ ਉਹ ਫਿਰ ਅਹੰਕਾਰ ਨਹੀਂ ਕਰਦੇ। ਉਹ ਸਾਡੇ ਵਰਗੇ ਮੂਰਖਾਂ ਨੂੰ ਵੀ ਸਮਝਾਉਂਦੇ ਨੇ। ਜਿਨ੍ਹਾਂ ਨੂੰ ਸਮਝ ਆ ਜਾਂਦੀ ਉਹ ਕਹਿੰਦੇ ਨੇ ਮੈਂ ਨਾ ਹੀ ਕੱਚ ਆਹੇ ਨਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ। हे ਵਾਹਿਗੁਰੂ, ਮੇਰਾ ਤੇ ਕੁਝ ਵੀ ਨਹੀਂ, ਇਹ ਸਭ ਕੁਝ ਤੇਰਾ ਦਿੱਤਾ ਹੋਇਆ। ਵਿਚਾਰੋ ਹੁਣ ਭਗਤ ਜੀ ਇਸ ਸਰੀਰ ਦੀ ਬਣਤਰ ਦਾ ਨਕਸ਼ਾ ਖਿੱਚ ਕੇ ਸਮਝਾਉਂਦੇ ਨੇ। ਪਾਣੀ ਮੈਲਾ ਮਾਟੀ ਗੋਰੀ, ਅਸੀਂ ਪੜ੍ਹੀ ਜਾਂਦੇ। ਪਾਣੀ ਮੈਲਾ, ਇਹ ਜਿਹੜਾ ਪਿਤਾ ਦਾ ਵੀਰਜ ਹੈ ਇਹਨੂੰ ਪਾਣੀ ਕਿਹਾ, ਇਹਨੂੰ ਅਪਵਿੱਤਰ ਕਿਹਾ, ਇਹਨੂੰ ਮੈਲਾ ਕਿਹਾ। ਮਾਟੀ ਗੋਰੀ, ਗੋਰੀ ਦਾ ਮਤਲਬ ਹੈ ਸੁਰਖ ਰੰਗ। ਜਿਹੜੀ ਮਾਂ ਦੀ ਰਤ ਹੈ, ਲਹੂ ਹੈ, ਉਹ ਲਾਲ ਰੰਗ ਦੀ ਸੁਰਖ ਰੰਗ। ਇਸ ਮਾਤਾ ਦੇ ਲਹੂ ਦੇ ਅੰਦਰ ਪਿਤਾ ਦਾ ਬੀਰਜ ਰੂਪੀ ਬੂੰਦ ਪੈਂਦੀ ਹੈ। ਪਾਤਸ਼ਾਹ ਨੇ ਤੇ ਬੜੀ ਬੜੀ ਸਮਝਾਇਆ। ਰੰਚਕ ਰੇਤ ਖੇਤ ਤਨ ਨਿਰਮਤ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, 10 ਮਾਸ ਮਾਤਾ ਉਦਰ ਰੱਖਿਆ, ਬਹੁਰ ਲਾਗੀ ਮਾਇਆ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨ ਹੋਇਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰ। ਦੇਖੋ ਜਿਸ ਸਰੀਰ ਤੇ ਅਸੀਂ ਮਾਣ ਕਰਦੇ, ਬੜੇ ਚੌੜੇ ਹੋ ਕੇ ਤੁਰਦੇ, ਜਵਾਨ ਹੋ ਜਾਈਏ ਤੇ ਮੋਢਿਆਂ ਤੋਂ ਥੁੱਕਣ ਲੱਗ ਪੈਣ, ਅਸੀਂ ਕੀ ਸਮਝਦੇ ਕਿਸੇ ਨੂੰ। ਮਹਾਰਾਜ ਕਬੀਰ ਜੀ ਕਹਿੰਦੇ ਨੇ ਪਾਣੀ ਮੈਲਾ ਮਾਟੀ ਘੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਦੋ ਚੀਜ਼ਾਂ ਰਲੀਆਂ ਤੇ ਪਰਮਾਤਮਾ ਨੇ ਸਾਡੇ ਸਰੀਰ ਦੀ ਪੁਤਲੀ ਬਣਾ ਦਿੱਤੀ। ਜੋੜੀ ਦਾ ਮਤਲਬ ਜੋੜ ਦਿੱਤੀ। ਕੋਈ ਹੈ ਇਸ ਤੋਂ ਮੁਨਕਰ ਹੋ ਸਕਦਾ? ਬੜੇ ਤੋਂ ਬੜਾ ਕੋਈ ਸਾਇੰਸਦਾਨ ਹੋਵੇ, ਬੜੇ ਤੋਂ ਬੜਾ ਕੋਈ ਖੋਜੀ ਹੋਵੇ, ਵਿਚਾਰ ਕੇ ਦੇਖੋ। ਗੁਰਬਾਣੀ ਗੁਰੂ ਜੀ ਤੇ ਐਸੀ ਚਪੇੜ ਮਾਰ ਕੇ ਸਮਝਾਉਂਦੇ, ਨਿਰਗੁਣਿਆਰ ਇਹ ਅੰਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ, ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਉਹ ਬੰਦੇ ਅਹੰਕਾਰ ਕਿਉਂ ਕਰਦੇ? ਵਿਚਾਰ ਕੇ ਦੇਖ ਤੇਰੀ ਅਸਲੀਅਤ ਕੀ ਹੈ। ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਮਾਤਾ ਦੇ ਲਹੂ ਤੇ ਪਿਤਾ ਦੇ ਬੀਰਜ ਤੋਂ ਤੇਰੇ ਸਰੀਰ ਦੀ ਪੁਤਲੀ ਬਣਾਤੀ ਪਰਮਾਤਮਾ। ਫਿਰ ਆਖਿਆ ਇਸ ਮਾਟੀ ਮੈਂ ਪਵਨ ਸਮਾਇਆ। ਤੂੰ ਕਿਵੇਂ ਅਹੰਕਾਰ ਕਰਦਾ ਕਿ ਮੇਰਾ ਕੁਝ ਹੈ? ਇਹ ਆਖਿਆ ਕਰ ਮੈਂ ਨਹੀਂ, ਕਛ ਆਹੇ ਨ ਮੋਰਾ, ਤਨ ਧਨ ਸਭ ਰਸ ਗੋਬਿੰਦ ਤੋਰਾ। ਸਾਧ ਸੰਗਤ ਜੇ ਗੱਲ ਸਮਝ ਵਿੱਚ ਆ ਜਾ, ਅਹੰਕਾਰ ਕਿਹੜੀ ਗੱਲ ਦਾ?
फिर जदों बंदा बिनस जाता फिर सारे हंकार ढिले हो जाते। फिर भगत जी दूजे पद में समझाते, इस माटी में पवन समाया। ध्यान मार, इस माटी दे पुतले दे अंदर परमात्मा ने पवन समाया, श्वास टकाए। श्वास टिके ते असीं जिउंदियां भी शामिल, नहीं तो की है, आम तौर पर मरे हुए शरीर नूं सब मिट्टी कह दिंदे, है ही मिट्टी है। इस असलीयत नूं कौन झुठला सकता। इस माटी में पवन समाया, अज श्वास होने बंद हो जान, फिर बाकी की रह गया, मिट्टी। झूठा पर पंच जोर चलाया, ते इस माटी विच श्वास आउंदे सार असीं फिर झूठा परपंच, परपंच कहते ने खलारे नूं, आ जिन्ना मनु खलारा करदा। पहले प्यार लगा थन दुध, दूजे माए बाप की सुध, तीजे भैया भाभी बेब, चौथे प्यार उपन्नी खेड, पंजवें खान पीन की तात, छेवें काम न पूछे जात, सतवें संज किया घरवास, अठवें क्रोध हुआ तन्नास, नावें तौले उब्बे सा, दसवें दद्दा हुआ स्वा। ये है साडी असली। आख्या इस माटी में पवन समाया, झूठा पर पंच जोर चलाया। जोर दे नाल बल पैदा किया परमात्मा ने, असी एक खलारा खलार बैठे। फिर असी की कीता, किन्हूं लाख पांच की जोरी, किसे ने लख 2 लाख 5 लाख की संपत्ति इकट्ठी कर ली। हुण देखो उत्ते जोरी सी, पुत्री जोरी, इत्थे जोरी का मतलब है जमा कर ली। किसे कोल लख 2 लाख, पहले समय में लख बड़ा वड्डा हुंदा, आंदे ने जिहदे कोल 1 लाख हुंदा सी ओहदी कोठी ते एक झंडा झुलदा सी, जिहदे कोल 2 लाख हुण 2 झुलदा सी। बड़ी वड्डी कीमत समझी जाती सी। अज लख की की कीमत। ये समझाने का एक तरीका है। भगत जी ते कहते न, कहा नर गर्भ थोड़ी बात, वो बंदिया की थोड़ी जी गल ते आकड़दा। मन दस नाज टका 4 गांठी, एडो टेडो जात। की होया जे तेरे को 10 मन दाने हो गए, की होया तेरे को 4 टके हो गए, तू आकड़ आकड़ के तुरदा। किन्हूं लाख 5 की जोरी, अंत की बार गगरिया फोरी। अखीर वेले तेरी ये शरीर रूपी गागर टूट जानी है, खत्म हो जा। कहने ते बड़ा कुछ है सासंग, पर गल तो समझण दी। फिर अखीर विच भगत जी कहते, कह कबीर एक नीम उसारी। कबीर जी कहते ने अपने आप को समझाओ, ये तेरी एक नींह परमात्मा ने खड़ी की है, उसारी है, पर ਇਹਦਾ भरोसा कोई नहीं। कहाँ मिसाता इस भांडे का, इतन कला गए ठनका। माड़ी जी ठोकर लगन दी देरी। कह कबीर एक नींह में उतारी, खिन में बिन सजाए अहंकारी। ये अहंकार करने वाला अहंकारी अख परकण दे समय विच खत्म हो जाए, फिर काडो काडो होई बन जाए। फिर ये कोठियां, फिर ये जमा बैंक बैलेंस सब इत्थे रह जाए। तो भगत जी ने इस शब्द राही
ਸਾਨੂੰ ਗਿਆਨ ਬਖਸ਼ਿਆ। ਹੈ ਭਾਈ ਕਦੇ ਹੰਕਾਰ ਨਾ ਕਰੋ, ਪਰਮਾਤਮਾ ਦਾ ਸ਼ੁਕਰ ਕਰੋ, ਪਰਮਾਤਮਾ ਦਾ ਸਿਮਰਨ ਕਰੋ ਤੇ ਕਦੇ ਵੀ ਗਲਤ ਗੱਲਾਂ ਨਾ ਕਰੋ। ਇਹਨਾਂ ਮਾਇਆ ਦਾ, ਪਦਾਰਥਾਂ ਦਾ ਕੋਈ ਭਰੋਸਾ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।